1 ਦੀ 2 ਅਸੀਂ ਦੇਖਦੇ ਹਾਂ ਵਚਨ ਦੇ ਵਿੱਚ। हालेलुया। याकूब 1 ਦੀ 2 आए, हे मेरे भरावो, ਜਾਂ ਤੁਸੀਂ ਭਾਂਤ ਭਾਂਤ ਦੇ ਪਰਤਾਵਿਆਂ ਵਿੱਚ ਪਵੋ ਤਾਂ ਇਹਨੂੰ ਪੂਰਨ ਆਨੰਦ। ਇਹ ਮੇਰੇ ਭਰਾਵੋ, ਜਦੋਂ ਤੁਸੀਂ ਭਾਂਤ ਭਾਂਤ ਦੇ ਪਰਤਾਵਿਆਂ ਦੇ ਵਿੱਚ ਤੁਸੀਂ ਪਵੋ ਤਾਂ ਇਸ ਨੂੰ ਪੂਰਨ ਆਨੰਦ ਦੀ ਗੱਲ ਜਾਣੋ। ਕੀ ਹੈ? ਪੂਰਨ ਆਨੰਦ ਦੀ ਗੱਲ ਜਾਣੋ। ਪਰ ਜਦੋਂ ਅਸੀਂ ਭਾਂਤ ਭਾਂਤ ਦੇ ਪਰਤਾਵੇ ਜਾਂਦੇ ਆ, ਅਸੀਂ ਇਹਦੀ ਲੈ ਇੱਕ ਮੁਸੀਬਤ ਗਈ ਦੂਸਰੀ ਆ ਗਈ, ਇੱਕ ਜੇ ਚੱਲਦੀ ਪਈ ਆ ਉਸ ਤੋਂ ਫੇਰ ਆ ਗਈ। ਭਾਂਤ ਭਾਂਤ ਦੇ ਪਰਤਾਵਿਆਂ ਦੇ ਵਿੱਚ ਕਹਿੰਦੇ ਤੁਸੀਂ ਜਦੋਂ ਆਉਂਦੇ ਹੋ ਤੇ ਇਹਨੂੰ ਆਨੰਦ ਸਮਝੋ। ਤੁਸੀਂ ਆਨੰਦ ਦੀ ਗੱਲ ਸਮਝੋ, ਖੁਸ਼ੀ ਦੀ ਗੱਲ ਸਮਝੋ। ਪਰ ਅਸੀਂ ਇਹ ਇਸ ਤਰ੍ਹਾਂ ਚਾਹਦੇ ਹਾਂ ਬੱਚੇ ਦੇ ਮੁਤਾਬਕ ਕਿ ਅਸੀਂ ਆਪਣੇ ਆਪ ਨੂੰ ਦੇਖੀਏ ਕਿ ਕੋਈ ਥੋੜੀ ਜਿਹੀ ਪ੍ਰੋਬਲਮ ਆ ਜਾਏ ਸਾਡੇ ਤਾਂ ਅਸੀਂ ਚੱਲਦੇ ਹਾਂ। ਕਈ ਭੈਣ ਭਰਾ ਇਹੋ ਜਿਹੇ ਆ ਜਦੋਂ ਭਾਂਤ ਦੇ ਪਰਤਾਵੇ ਆਉਂਦੇ ਆ ਤਾਂ ਭੱਜ ਜਾਂਦੇ ਆ, ਉਹ ਵਾਪਸ ਚਲੇ ਜਾਂਦੇ ਆ ਪ੍ਰਭੂ ਨੂੰ ਛੱਡ ਕੇ। ਉਹ ਵਾਪਸ ਜਿੱਥੋਂ ਆਏ ਉੱਥੋਂ ਵਾਪਸ ਮੁੜ ਜਾਂਦੇ ਆ। ਉਹ ਪਰਤਾਵੇ ਨੂੰ ਜਿਹੜਾ ਸਮਝਦੇ ਆ ਉਹ ਕਹਿੰਦੇ ਕਿ ਪਤਾ ਨਹੀਂ ਹੈ ਸਾਡੇ ਨਾਲ ਪਰਮੇਸ਼ਵਰ ਹੈ ਹੀ ਨਹੀਂ, ਪ੍ਰਭੂ ਯਿਸੂ ਮਸੀਹ ਸਾਡੇ ਨਾਲ ਹੈ ਹੀ ਨਹੀਂ। ਪਰ ਪਿਤਾ ਪਰਮੇਸ਼ਵਰ ਦਾ ਵਚਨ ਕਹਿੰਦਾ ਹੈ ਕਿ ਜਦੋਂ ਤੁਹਾਡੇ ਤੇ ਭਾਂਤ ਭਾਂਤ ਦੇ ਪਰਤਾਵੇ ਆਉਂਦੇ ਆ ਤੇ ਤੁਸੀਂ ਉਹਨੂੰ ਪੂਰਨ ਆਨੰਦ ਦੀ ਗੱਲ ਸਮਝੋ। ਹਾਲੇਲੂਇਆ। ਹਾਂਜੀ। ਕਿਉਂ ਜੋ ਤੁਸੀਂ ਜਾਣਦੇ ਹੋ ਭਈ ਤੁਹਾਡੀ ਨੇਚਾ ਦੀ ਪ੍ਰੀਖਿਆ ਧੀਰਜ ਬਣਾਉਂਦੀ ਹੈ। ਕਿਉਂ ਜੋ ਤੁਹਾਡੀ ਨੇਚਾ ਦੀ ਪ੍ਰੀਖਿਆ, ਤੁਹਾਡੀ ਜਿਹੜੀ ਨੇਚਾ ਹੈ ਨਾ ਉਹ ਪਰਖੀ ਜਾ ਰਹੀ ਹੈ। ਤੁਹਾਡੀ ਕਿੰਨੀ ਕੁ ਨੇਚਾ ਹੈ। ਪਿਤਾ ਪਰਮੇਸ਼ਵਰ ਤੁਹਾਡੇ ਨਾਲ ਹੈ, ਉਹ ਤੁਹਾਨੂੰ ਦੇਖ ਰਿਹਾ। ਉਹ ਦੇਖਦੇ ਪਿਆ ਕਿ ਮੇਰੀ ਬੇਟੀ ਦੀ ਨੇਚਾ ਕਿੰਨੀ ਕੁ ਹੈ, ਮੇਰੇ ਬੇਟੇ ਦੀ ਨੇਚਾ ਕਿੰਨੀ ਕੁ ਹੈ। ਜੇ ਇਸ ਟਾਈਮ ਇਹਨਾਂ ਦੇ ਉੱਤੇ ਕਸ ਗਿਆ ਕਿ ਹੈ ਮੁਸੀਬਤ ਹੈ, ਪਰੇਸ਼ਾਨੀ ਹੈ, ਕੁਛ ਵੀ ਹੈ, ਭਲਾ ਇਹਨਾਂ ਦੀ ਨੇਚਾ ਕਿੰਨੀ ਕੁ ਹੈ, ਇਹਨਾਂ ਦੀ ਨੇਚਾ ਦਾ ਧੀਰਜ ਕਿੰਨਾ ਗਿਆ, ਕਿੰਨੀ ਕੁ ਧੀਰਜਵਾਨ ਹੈ ਮੇਰੀ ਬੇਟੀ, ਕਿੰਨੀ ਕੁ ਧੀਰਜਵਾਨ ਹੈ ਮੇਰਾ ਬੇਟਾ। ਜਦੋਂ ਇਹਨਾਂ ਦੇ ਉੱਤੇ ਮੁਸੀਬਤ ਆਈ ਹੈ, ਪਰੇਸ਼ਾਨੀ ਆਈ ਹੈ, ਮੇਰੇ ਭੈਣ ਭਰਾਵੋ ਤੁਸੀਂ ਇਸ ਗੱਲ ਨੂੰ ਚੰਗੀ ਤਰ੍ਹਾਂ ਗੌਰ ਕਰੋ, ਧਿਆਨ ਕਰੋ ਕਿ ਤੁਹਾਡਾ ਜਿਹੜਾ ਪ੍ਰਭੂ ਹੈ ਨਾ ਉਹ ਮੁਕਤੀ ਦਾਤਾ ਹੈ, ਉਦਾਰ ਕਰਤਾ ਹੈ, ਉਹ ਪ੍ਰਭੂਆਂ ਦੇ ਪ੍ਰਭੂ ਹੈ, ਰਾਜਿਆਂ ਦੇ ਰਾਜੇ ਹੈ, ਉਹ ਡਾਕਟਰਾਂ ਦੇ ਡਾਕਟਰ ਹੈ। ਤੁਹਾਨੂੰ ਸਾਰੇ ਪਾਸੋਂ ਤੁਹਾਨੂੰ ਹਰ ਇੱਕ ਵਸਤ ਦੇਣ ਦੀ ਤਾਕਤ ਰੱਖਦੇ ਆ, ਹਰ ਇੱਕ ਤਰ੍ਹਾਂ ਦੀ ਚੰਗਿਆਈ ਦੇਣ ਦੀ ਤਾਕਤ ਰੱਖਦੇ ਆ ਪ੍ਰਭੂ ਯਿਸੂ ਮਸੀਹ। ਹਰ ਪਾਸਿਓਂ ਤੁਹਾਨੂੰ ਬਰਕਤ ਦੇਣ ਦੀ ਤਾਕਤ ਰੱਖਦੇ ਆ। ਪਰ ਜੇਕਰ ਤੁਸੀਂ ਪਰਤਾਵੇ ਦੇ ਵਿੱਚੋਂ ਤਾਂ ਫਿਰ ਆਨੰਦ ਸਮਝੋ ਇਸ ਗੱਲ ਨੂੰ ਕਿ ਅਸੀਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਚੱਲਦੇ ਆਇਆ, ਅਸੀਂ ਭਾਂਤ ਭਾਂਤ ਦੇ ਪਰਤਾਵੇ ਦੇ ਵਿੱਚ ਆਇਆ। ਤਾਂ ਫਿਰ ਤੁਸੀਂ ਸੱਚਮੁੱਚ ਪ੍ਰਭੂ ਦੀ ਬੇਟੀ ਹੋ, ਸੱਚਮੁੱਚ ਪ੍ਰਭੂ ਦੇ ਬੇਟੇ ਬਣ ਚੁੱਕੇ ਹੋ। ਬੋਲੋ ਹਾਲੇਲੂਇਆ। ਤੇ ਜਦੋਂ ਅਸੀਂ ਆ ਜਾਂਦੇ ਆ ਉਦੋਂ ਹੀ ਘਬਰਾ ਜਾਂਦੇ ਆ, ਫਿਰ ਬਚਨ ਤੋਂ ਬਾਹਰ ਹੋ ਗਏ ਨਾ ਅਸੀਂ, ਫਿਰ ਰੋਣੇ ਕਿਉਂ ਆ? ਜੇ ਆਪਾਂ ਰੋਣ ਹੀ ਲੱਗ ਪਏ ਤਾਂ ਫਿਰ ਸਾਡਾ ਨੇਚਾ ਕਿੱਥੇ ਗਿਆ? ਜੇ ਰੋਣ ਲੱਗ ਪਏ ਤਾਂ ਸਾਡਾ ਵਿਸ਼ਵਾਸ ਕਿੱਥੇ ਗਿਆ? ਇਹਦਾ ਮਤਲਬ ਨੇਚਾ ਵਿਸ਼ਵਾਸ ਤੁਹਾਡੀ ਪਰਖੀ ਜਾ ਰਹੀ ਹੈ। ਤੇ ਜੇ ਤੁਸੀਂ ਨੇਚਾ ਤੋਂ ਡੋਲ ਗਏ, ਵਿਸ਼ਵਾਸ ਤੋਂ ਡੋਲ ਗਏ, ਤਾਂ ਫਿਰ ਪਿਤਾ ਪਰਮੇਸ਼ਰ ਨੇ ਕਹਿਣਾ ਦੇਖ ਲਓ ਮੇਰੀ ਬੇਟੀ, ਆ ਜੇ ਮੇਰੀ ਬੇਟੀ, ਆ ਮੇਰਾ ਬੇਟਾ ਜੇ। ਕਹਿੰਦੇ ਕਿ ਮੈਂ ਪ੍ਰਭੂ ਯਿਸੂ ਮਸੀਹ ਦੀ ਬੇਟੀ ਹਾਂ ਤੇ ਪਰ ਰੋਂਦੀ ਹੈ। ਇਹ ਕਹਿੰਦੀ ਹੈ ਮੈਂ ਪ੍ਰਭੂ ਯਿਸੂ ਮਸੀਹ ਦਾ ਮੈਂ ਬੇਟਾ ਆ, ਪਰ ਰੋਂਦੇ ਆ। ਮੇਰੇ ਭੈਣ ਭਰਾਵੋ ਘਬਰਾਓ ਨਾ। ਇਸ ਟਾਈਮ ਤੁਹਾਡੇ ਦੇ ਉੱਤੇ ਕੋਈ ਵੀ ਪ੍ਰੋਬਲਮ ਹੈ, ਕਿਸੇ ਤਰ੍ਹਾਂ ਦੇ ਰਸਤੇ ਵਿੱਚ ਗੁਜ਼ਰਦੇ ਪਏ ਹੋ, ਗੁਜ਼ਰਦੇ ਜਾਓ ਆਨੰਦ ਨਾਲ, ਖੁਸ਼ੀ ਦੇ ਨਾਲ ਚੱਲਦੇ ਜਾਓ। ਮੇਰਾ ਪਿਤਾ ਪਰਮੇਸ਼ਰ, ਤੁਹਾਡਾ ਪਿਤਾ ਪਰਮੇਸ਼ਰ ਤੁਹਾਨੂੰ ਸਮੇਂ ਦੇ ਮੁਤਾਬਕ, ਸਮੇਂ ਆਉਣ ਤੇ ਤੁਹਾਨੂੰ ਉਹ ਸਾਰੇ ਭਾਂਤ ਭਾਂਤ ਦੇ ਪਰਤਾਵੇ ਚੋਂ ਕੱਢ ਕੇ ਤੁਹਾਨੂੰ ਆਨੰਦ ਤੇ ਖੁਸ਼ੀਆਂ ਦੇ ਨਾਲ ਭਰ ਦੇਣਗੇ। ਹਾਲੇਲੂਇਆ। ਹਾਂਜੀ। ਕਿਉਂ ਜੋ ਤੁਸੀਂ ਜਾਣਦੇ ਹੋ
ਭਈ ਤੁਹਾਡੀ ਨੇਚਾ ਦੀ ਪ੍ਰੀਖਿਆ ਧੀਰਜ ਬਣਾਉਂਦੀ ਹੈ ਤਾਂ ਕਿਉਂ ਜੋ ਤੁਹਾਡੀ ਨੇਚਰ ਦੀ ਪ੍ਰੀਖਿਆ ਧੀਰਜ ਬਣਾਉਂਦੀ ਹੈ ਬਾਬੂ। ਅਤੇ ਧੀਰਜ ਦੇ ਕੰਮ ਨੂੰ ਪੂਰਿਆਂ ਹੋ ਲੈਣ ਦਿਓ। ਹਾਂ, ਧੀਰਜ ਦੇ ਕੰਮ ਨੂੰ ਪੂਰੀਆਂ ਹੋ ਲੈਣ ਦਿਓ। ਭਈ ਤੁਸੀਂ ਸਿੱਧ ਅਤੇ ਸੰਪੂਰਨ ਹੋਵੋ ਤੁਸੀਂ ਸਿੱਧ ਅਤੇ ਸੰਪੂਰਨ ਹੋ ਜਾਵੋ ਅਤੇ ਤੁਹਾਨੂੰ ਕਿਸੇ ਗੱਲ ਦਾ ਘਾਟਾ ਨਾ ਹੋਵੇ। ਵੇਖੋ ਪਿਤਾ ਪਰਮੇਸ਼ਰ ਕਹਿੰਦੇ ਆ ਕਿ ਤੁਹਾਨੂੰ ਕਿਸੇ ਗੱਲ ਦਾ ਘਾਟਾ ਨਾ ਹੋ ਜਾਵੇ। ਤੁਸੀਂ ਚੱਲਣ ਦੋ ਹੈ ਟਾਈਮ, ਕਹਿੰਦੇ ਪੂਰੀ ਤਰ੍ਹਾਂ ਸਿੱਧ ਤੇ ਤੁਹਾਡੀ ਜਿਹੜੀ ਨੇਚਾ ਆ ਉਹ ਧੀਰਜਵਾਨ ਹੋਵੇ ਤਾਂ ਇਹ ਸਿੱਧ ਤੇ ਸੰਪੂਰਨ ਹੋ ਗਿਓ, ਤਾਂ ਕਿ ਤੁਹਾਨੂੰ ਕਿਸੇ ਵੀ ਚੀਜ਼ ਦਾ ਘਾਟਾ ਨਾ ਰਹਿ ਜਾਵੇ, ਬਲਕਿ ਹਰ ਇੱਕ ਬਰਕਤ ਨੂੰ ਤੁਸੀਂ ਪਾ ਲਵੋ ਯਿਸੂ ਮਸੀਹ ਦੇ ਨਾਮ ਦੇ ਵਿੱਚ। ਹਾਲੇਲੂਇਆ। ਕਿੰਨੇ ਜਿਹਨਾਂ ਨੂੰ ਸਮਝ ਲੱਗਦੀ ਹੈ ਹੱਥ ਖੜਾ ਕਰੋ। ਖੁਦਾਵੰਦ ਤੁਹਾਨੂੰ ਸਾਰਿਆਂ ਨੂੰ ਬਰਕਤ ਦੇ ਰਿਹਾ ਹੈ, ਪਰ ਮੈਂ ਵਿਸ਼ਵਾਸ ਕਰਦਾ ਅੱਜ ਦਾ ਵਚਨ ਤੁਹਾਡੀ ਜ਼ਿੰਦਗੀ 'ਚ 100 ਗੁਣਾ ਫਲ ਲੈ ਕੇ ਆਏ। ਧਰਤੀ ਦੀ ਕੋਈ ਤਾਕਤ ਤੁਹਾਡੇ ਤੇ ਚਲਾ ਨਾ ਪਾਏਗੀ ਯਿਸੂ ਮਸੀਹ ਦੇ ਨਾਮ ਦੇ ਵਿੱਚ। ਔਰ ਮੈਂ ਵਿਸ਼ਵਾਸ ਕਰਦਾ ਹਾਂ ਸਵਰਗ ਦੇ ਵਿੱਚੋਂ ਰੂਹ ਦੀ ਅੱਗ ਨਾਲ ਮਸਾ ਕੀਤੇ ਹੋਏ ਸ਼ਬਦ ਪ੍ਰਭੂ ਯਿਸੂ ਮਸੀਹ ਦੇ ਨਾਮ ਦੇ ਵਿੱਚ ਮੇਰੀ ਜ਼ੁਬਾਨ ਦੇ ਉੱਤੇ ਆ ਰਹੇ ਆ, ਜਿਹੜੇ ਤੁਹਾਡੇ ਤੱਕ ਪਹੁੰਚ ਰਹੇ ਆ। ਆਮੀਨ। ਹਾਂਜੀ, ਇਸ ਕਰਕੇ ਮੇਰੇ ਭੈਣ ਭਰਾਵੋ, ਪਰਮੇਸ਼ਰ ਦਾ ਵਚਨ ਤੁਹਾਡੇ ਨਾਲ ਗੱਲ ਕਰ ਰਿਹਾ ਹੈ। ਜੇਕਰ ਸਾਡੇ ਕੋਲੋਂ ਬੁੱਧ ਨਹੀਂ ਹੈ, ਜੇ ਸਾਡੇ ਕੋਲੋਂ ਬੁੱਧ ਨਹੀਂ ਆ, ਤਾਂ ਪਿਤਾ ਪਰਮੇਸ਼ਰ ਨੇ ਵਚਨ 'ਚ ਲਿਖਿਆ ਹੈ, ਵਚਨ 'ਚ ਲਿਖਿਆ ਹੈ ਯਾਕੂਬ ਦੀ ਪੱਤਰੀ 'ਚ, ਪਰ ਜੇ ਤੁਹਾਡੇ ਵਿੱਚੋਂ ਕਿਸੇ ਨੂੰ ਬੁੱਧ ਦਾ ਘਾਟਾ ਹੋਵੇ ਤਾਂ ਉਹ ਪਰਮੇਸ਼ਰ ਕੋਲੋਂ ਮੰਗੇ। ਜੇ ਕਹਿੰਦੇ ਤੁਹਾਡੇ ਵਿੱਚੋਂ ਕਿਸੇ ਨੂੰ ਬੁੱਧ ਦਾ ਘਾਟਾ ਹੋਵੇ ਤਾਂ ਉਹ ਪਰਮੇਸ਼ਰ ਕੋਲੋਂ ਮੰਗੇ। ਬੁੱਧ ਦਾ ਘਾਟਾ ਕਿਹਦੇ ਕੋਲੋਂ ਹੋਏਗਾ? ਜਾਨੀ ਕਿ ਜਿਹਦੇ ਕੋਲੋਂ ਵਚਨ ਜਿਹੜਾ ਆ ਉਹ ਪੂਰੀ ਤਰ੍ਹਾਂ ਨਹੀਂ ਉਹ ਸਮਝਦਾ ਪਿਆ, ਉਹ ਵਚਨ ਨੂੰ ਸੁਣ ਲੈਂਦਾ ਹੈ, ਪੜ੍ਹ ਲੈਂਦਾ ਹੈ, ਪਰ ਉਹ ਬੁੱਧ ਦੇ ਵਿੱਚ ਆਪਣੀ ਅੰਦਰ ਦੀ ਰੱਖ ਰਿਹਾ। ਜੇਕਰ ਉਹਦੇ ਭਾਂਤ ਦਾ ਵਰਤਾਵਾ ਆ, ਉਹ ਖੁਸ਼ ਹੋਏਗਾ, ਆਨੰਦ ਹੋਏਗਾ ਕਿ ਧੰਨ ਹੈ ਪ੍ਰਭੂ, ਮੈਂ ਤੇਰੇ ਵਿੱਚ ਹੋ ਕੇ ਤਾਂ ਮੈਂ ਵਰਤਾਵੇ ਦੇ ਵਿੱਚੋਂ ਦੀ ਗੁਜ਼ਰ ਰਿਹਾ। ਉਹ ਖੁਸ਼ ਹੋਵੇਗਾ, ਆਨੰਦ ਹੋਵੇਗਾ। ਤੇ ਜੇਕਰ ਰੋਣ ਲੱਗ ਪਏਗਾ, ਇਹਦਾ ਮਤਲਬ ਘਾਟ ਆ, ਬੁੱਧ ਦੀ ਘਾਟ। ਤਾਂ ਪਿਤਾ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਜੇ ਕਿਸੇ ਕੋਲੋਂ ਬੁੱਧ ਦੀ ਘਾਟ ਹੋਵੇ ਤਾਂ ਤੁਸੀਂ ਮੇਰੇ ਕੋਲੋਂ ਮੰਗੋ, ਮੇਰੇ ਕੋਲੋਂ ਮੰਗੋ ਤਾਂ ਮੈਂ ਤੁਹਾਨੂੰ ਬਿਲਕੁਲ ਮੁਫਤ ਦਵਾਂਗਾ। ਬਿਲਕੁਲ ਤੁਹਾਨੂੰ ਪਰਮੇਸ਼ਰ ਬੁੱਧ ਜਿਹੜੀ ਹੈ ਮੁਫਤ ਦੇਣਗੇ। ਜੇ ਕੋਈ ਇਨਸਾਨ ਬੁੱਧ ਮੰਗੇਗਾ ਨਾ, ਉਹਨੂੰ ਪਿਤਾ ਪਰਮੇਸ਼ਰ ਬੁੱਧ ਦੇ ਦੇਣਗੇ, ਵਚਨ ਨੂੰ ਜਾਣਨ ਵਾਸਤੇ, ਵਚਨ ਨੂੰ ਸਮਝਣ ਵਾਸਤੇ। ਬਹੁਤ ਸਾਰੇ ਭੈਣ ਭਰਾ ਹੈ ਜਿਹੜੇ ਪਿਤਾ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਮੇਰੀ ਪ੍ਰਜਾ ਜਿਹੜੀ ਹੈ ਉਹ ਗਿਆਨ ਤੋਂ ਬਿਨਾਂ ਨਾਸ਼ ਹੋ ਰਹੀ ਹੈ, ਗਿਆਨ ਤੋਂ ਬਿਨਾਂ ਨਾਸ਼ ਹੋ ਰਹੀ ਹੈ। ਜਦੋਂ ਗਿਆਨ ਨਹੀਂ ਹੈ ਤਾਂ ਫਿਰ ਰੋਣਾ ਹੀ ਹੈ। ਜੇ ਗਿਆਨ ਹੋਵੇ ਤਾਂ ਫਿਰ ਖੁਸ਼ ਹੋਏਗਾ। ਹਾਂ, ਹੁਣ ਮੈਂ ਬੇਟਾ ਬਣ ਗਿਆ, ਹੁਣ ਮੈਂ ਬੇਟੀ ਬਣ ਗਈ ਹਾਂ ਪ੍ਰਭੂ ਯਿਸੂ ਮਸੀਹ ਦੀ, ਕਿਉਂਕਿ ਮੇਰੇ ਉੱਤੇ ਇਹ ਵਰਤਾਵਾ ਆਇਆ ਹੈ, ਮੇਰੇ ਉੱਤੇ ਮੈਂ ਭਾਂਤ ਦੇ ਵਰਤਾਵਿਆਂ ਚੋਂ ਨਿਕਲਦੀ ਪਈ ਹਾਂ, ਮੈਂ ਨਿਕਲਦਾ ਪਿਆ ਹਾਂ। ਇਸ ਕਰਕੇ ਮੈਂ ਪ੍ਰਭੂ ਯਿਸੂ ਮਸੀਹ ਦੀ ਬੇਟੀ ਹਾਂ ਔਰ ਮੈਂ ਪ੍ਰਭੂ ਯਿਸੂ ਮਸੀਹ ਦਾ ਬੇਟਾ ਹਾਂ। ਹਾਲੇਲੂਇਆ। ਪਿਤਾ ਪਰਮੇਸ਼ਰ ਦਾ ਵਚਨ ਕਹਿੰਦਾ ਜਿਹੜਾ ਸਭਨਾਂ ਨੂੰ ਖੁੱਲੇ ਦਿਲ ਨਾਲ ਬਿਨਾਂ ਉਲਾਂਭੇ ਦੇ ਦਿੰਦਾ ਹੈ ਤਾਂ ਉਹਨਾਂ ਨੂੰ ਦਿੱਤੀ ਜਾਂਦੀ ਜਾਵੇਗੀ, ਪਰ ਨੇਚਾ ਨਾਲ ਮੰਗੇ। ਪਰ ਨੇਚਾ ਨਾਲ ਮੰਗੇ ਮੇਰੇ ਭੈਣ ਭਰਾਵੋ, ਪਵਿੱਤਰ ਬਾਈਬਲ 'ਚ ਲਿਖਿਆ ਹੈ, ਕਹਿੰਦੇ ਪਰ ਕਿਹਦੇ ਨਾਲ ਮੰਗੇ? ਨੇਚਾ ਦੇ ਨਾਲ ਮੰਗੇ। ਉਹਦੀ ਨੇਚਾ ਜਿਹੜੀ ਹੈ ਪੂਰੀ ਹੋਣੀ ਚਾਹੀਦੀ ਹੈ। ਜੇ ਤੁਹਾਡੀ ਨੇਚਾ, ਇੱਥੇ ਲਿਖਿਆ ਆ ਪਵਿੱਤਰ ਬਾਈਬਲ ਦੇ ਵਿੱਚ, ਜੇਕਰ ਨੇਚਾ ਦੇ ਨਾਲ ਮੰਗੇ ਤਾਂ ਕਹਿੰਦੇ ਅਤੇ ਕੁਝ ਭਰਮ ਨਾ ਕਰੇ, ਕਿਉਂ ਜੋ ਭਰਮ ਕਰਨ ਵਾਲਾ ਸਮੁੰਦਰ ਦੀ ਛੱਲ ਵਰਗਾ ਹੈ, ਜਿਹੜੀ ਪੌਣ ਨਾਲ ਟਕਰਾਈ ਅਤੇ ਉਡਾਈ ਜਾਂਦੀ ਹੈ। ਇਹੋ ਜਿਹਾ
ना समझे पई प्रभु कोलों मैनू कुछ लभू। मेरे भैन भरावो, जेड़ा इंसान जेड़ा अपने मन दे विच शंका रखदा है, मंग लग्या अपने मन दे विच कोई भरम रखदा है, ਉਹ किस तरह ਦਾ है? समंदर दे विच ਜਿਹੜੀ एक पत्थर दे नाल ਜਦੋਂ समंदर दे विच पानी ਹੁੰਦਾ ਉਹ समंदर दे नाल ਵੱਜਦਾ है पानी, ਤਾਂ ਉਹਦੀ ਜਿਹੜੀ ਛੱਲ ਵਰਗਾ ਹੈ। ਸਮੁੰਦਰ ਦੀ ਛੱਲ ਜਿਹੜੀ ਵੱਜਦੀ ਹੈ ਉਹ ਪੱਥਰ ਦੇ ਨਾਲ, ਪਹਾੜ ਦੇ ਨਾਲ ਉਹਦੇ ਵਰਗਾ ਹੈ। ਜਿਸ ਤਰ੍ਹਾਂ ਉਸੇ ਟਾਈਮ ਦੀ ਛੱਲ ਵੱਜਦੀ ਹੈ ਤਾਂ ਵਾਪਸ ਮੁੜ ਕੇ ਫਿਰ ਖਤਮ ਹੋ ਜਾਂਦੀ ਹੈ। ਤੁਹਾਡਾ ਵੀ ਜਿਹੜਾ ਨੇਚਾ ਹੈ, ਵਿਸ਼ਵਾਸ ਹੈ, ਜਿਹੜਾ ਸ਼ੱਕ ਰੱਖਦਾ ਇਨਸਾਨ, ਜਿਹੜਾ ਭਰਮ ਰੱਖਦਾ ਹੈ, ਉਹ ਇਸੇ ਤਰ੍ਹਾਂ ਦਾ ਹੀ ਹੈ। ਤੇ ਇੱਕਦਮ ਪਾਣੀ ਦੀ ਛੱਲ ਵੱਜੀ ਹੈ ਪੱਥਰ ਦੇ ਨਾਲ, ਬਾਅਦ ਖਤਮ ਹੋ ਗਈ। ਤੁਹਾਡਾ ਵੀ ਵਿਸ਼ਵਾਸ ਜਿਹੜਾ ਹੈ, ਤੁਹਾਡੀ ਨੇਚਾ ਜਿਹੜੀ ਹੈ ਉਹ ਖਤਮ ਹੋ ਗਈ। ਫਿਰ ਉਹ ਇਨਸਾਨ ਆਪਣੇ ਮਨ ਦੇ ਵਿੱਚ ਇਹ ਨਾ ਸੋਚੇ ਕਿ ਮੈਂ ਪ੍ਰਭੂ ਕੋਲੋਂ ਕੁਛ ਮੈਂ ਲੈ ਲਵਾਂਗਾ, ਮੈਂ ਮੰਗ ਲਵਾਂਗਾ, ਮੈਨੂੰ ਹਾਸਲ ਹੋ ਜਾਵੇਗਾ। ਨਹੀਂ ਹੋਏਗਾ, ਉਹਨੂੰ ਹਾਸਲ ਨਹੀਂ ਹੋਏਗਾ, ਕਿਉਂਕਿ ਉਹਦੀ ਨੇਚਾ ਜਿਹੜੀ ਹੈ ਸ਼ੱਕ ਵਾਲੀ ਹੈ। ਉਹ ਆਪਣੇ ਅੰਦਰ ਭਰਮ ਰੱਖ ਰਿਹਾ ਹੈ, ਉਹ ਆਪਣੇ ਮਨ ਦੇ ਵਿੱਚ ਸ਼ੰਕਾ ਰੱਖ ਰਿਹਾ ਹੈ। ਇਸ ਕਰਕੇ ਜਦੋਂ ਪਿਤਾ ਪਰਮੇਸ਼ਰ ਦਾ ਵਚਨ ਕਹਿੰਦਾ ਹੈ, ਜਦੋਂ ਤੁਸੀਂ ਮੰਗਦੇ ਹੋ ਤਾਂ ਪੂਰੀ ਤੁਹਾਡੀ ਨੇਚਾ ਹੋਣੀ ਚਾਹੀਦੀ ਹੈ। ਜਦੋਂ ਤੁਹਾਡੀ ਪੂਰੀ ਨੇਚਾ ਹੈ ਨਾ, ਤਾਂ ਮੇਰੇ ਭੈਣ ਭਰਾਵੋ, ਪਿਤਾ ਪਰਮੇਸ਼ਰ ਦੇ ਸਵਰਗ ਦੇ ਵਿੱਚੋਂ ਖੁੱਲ ਕੇ ਹਰ ਤਰ੍ਹਾਂ ਦੀ ਬਰਕਤ ਆ ਜਾਏਗੀ ਔਰ ਬੁੱਧ ਵੀ ਆ ਜਾਏਗੀ ਯਿਸੂ ਮਸੀਹ ਦੇ ਨਾਮ ਨਾਲ। ਹਾਲੇਲੂਇਆ। ਤਾਂ ਅਸੀਂ ਪਵਿੱਤਰ ਬਾਈਬਲ ਦੇ ਵਿੱਚ ਦੇਖ ਰਹੇ ਹਾਂ, ਅਸੀਂ ਦੇਖਦੇ ਹਾਂ ਯਾਕੂਬ ਦੀ ਪੱਤਰੀ 1:21 ਆਇਤ। ਯਾਕੂਬ 1:21 ਆਇਤ। ਇਸ ਕਾਰਨ ਤੁਸੀਂ ਹਰ ਪ੍ਰਕਾਰ ਦੇ ਗੰਦਮਤ ਅਤੇ ਬਦੀ ਦੀ ਵਾਫਰੀ ਨੂੰ ਪਰੇ ਸੁੱਟ ਕੇ ਉਸ ਬੀਜੇ ਹੋਏ ਬੱਚਨ ਨੂੰ, ਜਿਹੜਾ ਤੁਹਾਡੇ ਵਿੱਚ ਤੁਹਾਡੀਆਂ ਜਾਨਾਂ ਨੂੰ ਬਚਾ ਸਕਦਾ ਹੈ, ਨਰਮਾਈ ਨਾਲ ਕਬੂਲ ਕਰ ਲਓ। ਮੇਰੇ ਭੈਣ ਭਰਾਵੋ, ਪਵਿੱਤਰ ਬਾਈਬਲ ਦਾ ਵਚਨ ਕੀ ਕਹਿੰਦਾ ਹੈ? ਤੁਸੀਂ ਆਪਣੇ ਅੰਦਰੋਂ ਤੇ ਆਪਣੀ ਬੁੱਧ ਦੇ ਵਿੱਚੋਂ, ਆਪਣੇ ਅੰਦਰੋਂ ਆਪਣੀ ਬੁੱਧ ਦੇ ਵਿੱਚੋਂ ਜੋ ਵੀ ਗੰਦ ਮੰਦ ਹੈ ਅਤੇ ਬਦੀ ਦੀ ਵਾਫਰੀ ਨੂੰ, ਜੋ ਵੀ ਬਦੀ ਦੀ ਵਾਫਰੀ ਨੂੰ ਪਰੇ ਸੁੱਟ ਦਿਓ। ਉਸ ਬੀਜੇ ਹੋਏ ਬੱਚਨ ਨੂੰ, ਜਿਹੜਾ ਤੁਹਾਡੀਆਂ ਜਾਨਾਂ ਨੂੰ ਬਚਾ ਸਕਦਾ ਹੈ, ਨਰਮਾਈ ਨਾਲ ਕਬੂਲ ਕਰ ਲਓ। ਨਰਮਾਈ ਦੇ ਨਾਲ ਕਬੂਲ ਕਰੋ। ਉਹ ਕਿਹੜਾ ਵਚਨ ਹੈ? ਉਹਦਾ ਨਾਮ ਕੀ ਹੈ? ਉਹਦਾ ਨਾਮ ਜੀਸਸ ਹੈ। ਹਾਲੇਲੂਇਆ। ਉਹ ਤੁਹਾਡੇ ਅੰਦਰ ਬੀਜਿਆ ਗਿਆ ਹੈ। ਉਹ ਵਚਨ ਜਿਹੜਾ ਆ ਤੁਹਾਡੇ ਅੰਦਰ ਬੀਜਿਆ ਗਿਆ ਹੈ। ਹੁਣ ਜਦੋਂ ਤੁਹਾਡੇ ਅੰਦਰ ਜੀਸਸ ਆ ਗਿਆ ਹੈ, ਤੁਹਾਡੇ ਅੰਦਰ ਬੀਜ ਆ ਗਿਆ ਹੈ, ਹੁਣ ਉਹ ਬੀਜ ਜਿਹੜਾ ਆ ਉਹ ਕਿਸ ਤਰ੍ਹਾਂ ਫਲਵੰਤ ਹੋਏਗਾ? ਉਹ ਕਿਸ ਤਰ੍ਹਾਂ ਉਸਾਰੀ ਫੜੇਗਾ? ਉਹ ਕਿਸ ਤਰ੍ਹਾਂ ਵਧੇਗਾ? ਉਹ ਕਿਸ ਤਰ੍ਹਾਂ ਬੀਜ ਗਾਂ ਨੂੰ ਵਧੇਗਾ? ਜਦੋਂ ਤੁਸੀਂ ਉਹਨੂੰ ਪੂਰੀ ਤਰ੍ਹਾਂ ਖੁਰਾਕ ਦੇਵੋਗੇ, ਉਹਨੂੰ ਪੂਰੀ ਤਰ੍ਹਾਂ ਪਾਣੀ ਦੇਵੋਗੇ, ਖੁਰਾਕ ਦੇਵੋਗੇ, ਸਭ ਕੁਝ ਦੇਵੋਗੇ, ਫਿਰ ਉਹ ਜਿਹੜਾ ਬੀਜ ਹੈ ਤੁਹਾਡੇ ਅੰਦਰ ਰੱਖਿਆ ਗਿਆ, ਉਹ ਬੀਜ ਫਲਵੰਤ ਹੋਏਗਾ। ਬੀਜ ਗਾਂ ਨੂੰ ਉਸਾਰੀ ਫੜੇਗਾ, ਗਾਂ ਨਿਕਲੇਗਾ। ਅਸੀਂ ਦੇਖਦੇ ਹਾਂ ਅਗਲੀ ਆਇਤ। 22 ਆਇਤ। ਹਾਂਜੀ। ਪਰ ਬਚਨ ਤੇ ਅਮਲ ਕਰਨ ਵਾਲੇ ਹੋਵੋ। ਹਾਂ, ਪਵਿੱਤਰ ਬਾਈਬਲ ਦਾ ਵਚਨ ਕਹਿੰਦਾ ਪਰ ਬਚਨ ਤੇ ਅਮਲ ਕਰਨ ਵਾਲੇ ਹੋਵੋ। ਅਤੇ ਆਪਣੇ ਆਪ ਨੂੰ ਧੋਖਾ ਦੇ ਕੇ ਨਿਰੇ ਸੁਣਨ ਵਾਲੇ ਹੀ ਨਾ ਹੋਵੋ। ਨਿਰੇ ਸੁਣਨ ਵਾਲੇ ਨਾ ਹੋ। ਕਹਿੰਦੇ ਜੇ ਤੁਸੀਂ ਵਚਨ ਨੂੰ ਜਾਣ ਲਿਆ ਆ, ਤੁਸੀਂ ਸੁਣਦੇ ਹੋ, ਤੁਸੀਂ ਪੜ੍ਹਦੇ ਹੋ, ਤੇ ਅਮਲ ਕਰਨ ਵਾਲੇ ਬਣੋ, ਖਾਲੀ ਸੁਣਨ ਵਾਲੇ ਨਾ ਬਣੋ। ਬਹੁਤ ਸਾਰੇ ਭੈਣ ਭਰਾ ਆ ਜਿਹੜੇ ਵਚਨ ਨੂੰ ਸੁਣਦੇ ਆ, ਪੜ੍ਹਦੇ ਆ, ਪਰ ਅਮਲ ਨਹੀਂ ਕਰਦੇ। ਜਦੋਂ ਪਰਮੇਸ਼ਰ ਦਾ ਦਾਸ ਪਵਿੱਤਰ ਆਤਮਾ ਦੇ ਵਸੀਲੇ ਇਤੋਂ ਕੋਈ ਸ਼ਬਦ ਕਹਿੰਦਾ ਹੈ,
ਤਾਂ ਮੇਰੇ ਭੈਣੋ ਭਰਾਵੋ ਕਈ ਤਾਂ ਸ਼ੱਕ ਰੱਖ ਜਾਂਦੇ ਆ, ਕਈ ਮੰਨਦੇ ਹੀ ਨਹੀਂ। ਤੇ ਜਿਹੜਾ ਕਲੀਸਿਆ ਦੇ ਵਿੱਚੋਂ ਜਿਹੜਾ ਵੀ ਸ਼ਬਦ ਫੜ ਲੈਂਦਾ ਹੈ, ਮੰਨ ਲੈਂਦਾ ਹੈ, ਤਾਂ ਆਹ ਵਚਨ ਉਹਦੇ ਨਾਲ ਪੂਰਾ ਹੋ ਜਾਂਦਾ ਹੈ। ਇੱਕ ਵਾਰੀ ਰਿਪੀਟ ਕਰ ਦਿਓ ਬੇਟਾ। ਪਰ ਵਚਨ ਉੱਤੇ ਅਮਲ ਕਰਨ ਵਾਲੇ ਹੋਵੋ, ਪਰ ਵਚਨ ਉੱਤੇ ਕੀ ਕਰੋ? ਅਮਲ ਕਰਨ ਵਾਲੇ ਹੋਵੋ, ਅਤੇ ਆਪਣੇ ਆਪ ਨੂੰ ਧੋਖਾ ਦੇ ਕੇ, ਆਪਣੇ ਆਪ ਨੂੰ ਧੋਖਾ ਦੇ ਕੇ ਨਿਰੇ ਸੁਣਨ ਵਾਲੇ ਹੀ ਨਾ ਹੋਵੋ। ਨਿਰੇ ਸੁਣਨ ਵਾਲੇ ਨਾ ਹੋ। ਮੇਰੇ ਭੈਣੋ ਭਰਾਵੋ, ਵਚਨ ਨੂੰ ਅਮਲ ਕਰਨ ਦੀ ਕੋਸ਼ਿਸ਼ ਕਰੋ। ਜੇ ਆਪਾਂ ਪਿਤਾ ਪਰਮੇਸ਼ਰ ਨੂੰ ਜਾਣ ਲਿਆ ਹੈ, ਪਹਿਚਾਨ ਲਿਆ ਹੈ, ਤਾਂ ਮੇਰੇ ਭੈਣੋ ਭਰਾਵੋ ਹੁਣ ਕੀ ਕਰੋ? ਹੁਣ ਵਚਨ ਨੂੰ ਅਮਲ ਕਰਨ ਦੀ ਕੋਸ਼ਿਸ਼ ਕਰੋ। ਤੁਹਾਨੂੰ ਆਵਾਜ਼ ਦਿੱਤੀ ਗਈ ਹੈ ਕਿ ਟਾਈਮ ਜਿਹੜਾ ਆ 10 ਤੋਂ ਲੈ ਕੇ 2:30 ਵਜੇ ਤੱਕ ਤੁਸੀਂ ਇਹ ਆਵਾਜ਼ ਨੂੰ ਸੁਣੋ, ਅਮਲ ਕਰੋ। ਪੂਰੀ ਸਾਰੀ ਕਲੀਸਿਆ ਜਿਹੜੀ ਹੈ, ਜੇ ਤੁਸੀਂ ਪ੍ਰਭੂ ਯਿਸੂ ਮਸੀਹ ਉੱਤੇ ਨੇਚਾ ਕਰਦੇ ਹੋ, ਵਿਸ਼ਵਾਸ ਕਰਦੇ ਹੋ, ਤੇ 10 ਵਜੇ ਸਾਰੇ ਦੇ ਸਾਰੇ ਇੱਥੇ ਹੋ। ਇਸ ਵਚਨ ਨੂੰ ਅਮਲ ਕਰੋ। ਜੇ ਤੁਸੀਂ ਇੱਥੇ ਆ ਜਾਓਗੇ ਤਾਂ ਤੁਹਾਡੀਆਂ ਬਰਕਤਾਂ ਜਿਹੜੀਆਂ ਉਹ ਤੁਹਾਡੇ ਤੱਕ ਪਹੁੰਚ ਜਾਣੀਆਂ, ਰੁਕਣੀਆਂ ਨਹੀਂ ਹੋ, ਕਿਉਂਕਿ ਤੁਸੀਂ ਵਚਨ ਨੂੰ ਪੂਰਾ ਕਰ ਦਿੱਤਾ ਹੈ ਯਿਸੂ ਮਸੀਹ ਦੇ ਨਾਮ ਵਿੱਚ। ਹਾਲੇਲੂਇਆ। ਤਾਂ ਮੇਰੇ ਭੈਣੋ ਭਰਾਵੋ, ਜਦੋਂ ਕੋਈ ਵਚਨ ਆਉਂਦਾ ਆ, ਉਹਨੂੰ ਵਚਨ ਨੂੰ ਰਿਸੀਵ ਕਰੋ। ਉਹਨੂੰ ਰਿਸੀਵ ਕਰ ਲਵੋ, ਉਹ ਵਚਨ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰੋ। ਜਦੋਂ ਤੁਸੀਂ ਵਚਨ ਪੂਰਾ ਕਰੋਗੇ, ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਖੁਸ਼ੀਆਂ ਭਰ ਜਾਣਗੀਆਂ। ਤੁਸੀਂ ਹਰੇ ਭਰੇ ਹੋ ਜਾਓਗੇ, ਤੁਸੀਂ ਖੁਸ਼ੀਆਂ ਦੇ ਨਾਲ ਭਰ ਜਾਓਗੇ। ਹਾਲੇਲੂਇਆ। ਪਿਤਾ ਪਰਮੇਸ਼ਰ ਦਾ ਵਚਨ ਕਹਿੰਦਾ ਹੈ ਕਿ ਜਿਹੜਾ ਵਚਨ ਹੈ ਉਹਨੂੰ ਅਮਲ ਕਰਨ ਦੀ ਕੋਸ਼ਿਸ਼ ਕਰੋ। ਅਮਲ ਜਿੰਨੀ ਦੇਰ ਤੱਕ ਨਹੀਂ ਕਰਾਂਗੇ, ਉਨੀ ਦੇਰ ਤੱਕ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਇਸੇ ਤਰ੍ਹਾਂ ਪਰਤਾਵੇ ਦੇ ਵਿੱਚ ਫਿਰ ਚੱਲਦੀ ਜਾਏਗੀ। ਫਿਰ ਅਸੀਂ ਕਹਾਂਗੇ ਕਿ ਸਾਡਾ ਪਤਾ ਨਹੀਂ ਕਿਉਂ ਨਹੀਂ ਪਰਤਾਵਾ ਖਤਮ ਕਿਉਂ ਨਹੀਂ ਹੋ ਰਿਹਾ। ਫਿਰ ਅਸੀਂ ਪਰਤਾਵੇ ਦੇ ਵਿੱਚ ਨਿਕਲਦੇ ਜਾਵਾਂਗੇ, ਕਿਉਂਕਿ ਪਵਿੱਤਰ ਬਾਈਬਲ ਕਲੀਅਰ ਕਰਦਾ ਹੈ। ਜਿਸ ਤਰ੍ਹਾਂ ਅਸੀਂ ਇੱਕ ਮਕਾਨ ਖੜਾ ਕਰਦੇ ਹਾਂ, ਤਾਂ ਮਕਾਨ ਖੜਾ ਕਰਨ ਲੱਗਿਆ ਮਿਸਤਰੀ ਦੀ ਜ਼ਰੂਰਤ, ਰੇਤ ਔਰ ਮਿਸਤਰੀ, ਮਜ਼ਦੂਰ, ਮਾਲਕ ਜਿਹਨੇ ਬਣਵਾਣਾ ਹੈ, ਔਰ ਉਹ ਵੀ ਉੱਥੇ ਮੌਜੂਦ ਹੈ, ਮਜ਼ਦੂਰ ਵੀ ਮੌਜੂਦ ਹੈ, ਮਿਸਤਰੀ ਮੌਜੂਦ ਹੈ, ਮਾਲਕ ਵੀ ਉੱਥੇ ਮੌਜੂਦ ਹੈ, और रेत बजरी सीमेंट इट्टा सरिया सारा कुछ है, पर लेंटर नहीं पै रहा। जो लेंटर नहीं पै रहा, इसका मतलब कि चीज की कमी है, साडी विच कमी है, कोई लेंटर पैन दे विच कोई कमी है। जिन्नी देर तक ਉਹਦੇ ਵਿੱਚ पानी नहीं मिलावांगे, उन्नी देर तक लेंटर नहीं पवेगा। पानी की कमी है, पानी नहीं है, भावे मालक खड़ा है, भावे मिस्त्री मजदूर खड़ी है, इट्टा है, रेत है, बजरी है, सिरमट है, और लेंटर नहीं पै सकता। हुण कई भैन भरा आ गए आ चर्च आते हैं, पूरे टाइम पे आते हैं चर्च, प्रार्थना करते हैं, वचन पढ़ते हैं, भेंटा भी देते हैं, रिश्वत भी देते हैं, सारे काम करते हैं। पर मेरे भैन भरावो, जेकर असी एक वचन पूरा कर लवांगे, ਉਹਦੇ ਨਾਲ कुछ बचाव भी हो जाता। मान लो मैं दशवंत की गल की है, जे दशवंत जेकर आ गया, ਉਹਦੇ ਵਿੱਚ एक पिता परमेश्वर ने गल कही है कि भेंटां दे दशवंत मेरे घर ਵਿੱਚ ਲੈ ਕੇ आओ, उस तो जरा तुसीं मैनूं परख के देखो कि तुहाडे वास्ते स्वर्ग दी खिड़कियां खोलदा कि नहीं खोलदा। मैं तुहाडे वास्ते स्वर्ग दी खिड़कियां खोल दियांगा, तुहाडे घर च इन्नी बरकत दियांगा कि रखना ते जगह थुड़ेगी, और जिहड़ा शैतान तुहाडी बरकत नूं खांदा ओनू झिड़क मारेगा। ये वचन है पूरा करना दशवंत दा, ये वचन है। मान लो तुसीं सुन लिया, पढ़ लिया, पर इनू अमल भी कर लिया, यानी पूरा करना शुरू करता है, तो ये तुहाडे विच वचन काम करना शुरू कर देने। तुहाडे वास्ते स्वर्ग दी खिड़कियां खुल जाणियां, और तुहाडे घर दे विच बरकतां आउणियां शुरू हो जाणियां। हुण मैं गल करदा पिया हां कि जेकर असीं चर्च भी आउंदे हां,
प्रार्थना भी करते हैं, वचन भी पढ़ते हैं, भेटा भी दे रहे हैं, ठीक है जी। उस तो बाद असी नीचा भी बड़ी करते पे हैं, बहुत ज्यादा नीचा कर रहे हैं, पर वचन अमल नहीं कर रहे, कोई पवित्र बाइबल का वचन अमल नहीं कर रहे। तो मेरे भैन भरावो कुछ परतावा आ सकता है, उस साडी पिता परमेश्वर ने परतावे च लैके आंदे इंसान को जल्दी। मेरे भैन भरावो खुद असी अपने कम्मां दे कारण परतावे च आ जाते हैं, पर पिता परमेश्वर साडे नाल ही हुंदे। वो कहते जेकर ये परतावे च आए ये आप ही मेरा बेटा निकले, आप ही मेरी बेटी निकले, बिल्कुल लागे खड़े देख रहे। जिस तरह एक माता पिता जो बच्चा उसका छोटा होता है तो तुरन लगता है, तो जो बच्चा डिगता है, जो बच्चा डिगता है तो मां भज के फड़ती है, तो पिता कहता नहीं नहीं इन्हू फड़ना नहीं है, इन्हू अपने पैरों उत्ते खड़े होंगे। इसी तरह पिता परमेश्वर भी तुहानू अपने पैरों से खड़े करना चाहते हैं। पिता परमेश्वर तुहानू मरगी मजबूत बनाना चाहते हैं। तुहानू पिता परमेश्वर तुहानू पूरी तरह जिस तरह पवित्र बाइबल में दस्या है कि तुहानू किसी चीज की घाट नहीं आने देना चाहते, तुहानू हर एक वस्तु टाइम से पहुंचाना चाहते हैं, हर एक जरूरत तुहाडी पूरी करना चाहते हैं, हर एक आवाज तुहाडी सुन के तुहाडी आवाज को पूरा करना चाहते हैं यीशु मसीह के नाम में। हालेलुया। पिता परमेश्वर का वचन तुहाडे नाल गल कर रहे हैं। हाँ जी हाँ जी। क्योंकि जे कोई वचन दा सुनन वाला है, जेकर कोई वचन दा सुनन वाला है अते उस उते अमल करन वाला नहीं, अते अमल करन वाला उस वचन उते अमल करन वाला नहीं, ता ओ उस मनुख वर्गा है, जेड़ा अपने असली स्वरूप ਨੂੰ ਸ਼ੀਸ਼ੇ ਵਿੱਚ ਵੇਖਦਾ ਹੈ, ਜਿਹੜਾ ਆਪਣੇ ਅਸਲੀ ਸਰੂਪ ਨੂੰ ਸ਼ੀਸ਼ੇ ਵਿੱਚ ਵੇਖ ਲੈਂਦਾ ਹੈ। ਕਿਉਂ ਜੋ ਉਹ ਆਪਣੇ ਆਪ ਨੂੰ ਵੇਖ ਕੇ ਚਲਿਆ ਗਿਆ, ਕਿਉਂ ਜੋ ਆਪਣੇ ਆਪ ਨੂੰ ਵੇਖ ਕੇ ਚਲਿਆ ਗਿਆ ਅਤੇ ਉਸੇ ਵੇਲੇ ਭੁੱਲ ਗਿਆ, ਅਤੇ ਉਸੇ ਵੇਲੇ ਉਹ ਭੁੱਲ ਗਿਆ ਜੋ ਮੈਂ ਕਿਹੋ ਜਿਹਾ ਸਾਂ, ਅਤੇ ਮੈਂ ਕਿਹੋ ਜਿਹਾ ਸਾਂ। ਮੇਰੇ ਭੈਣ ਭਰਾਵੋ ਉਹ ਮਨੁੱਖ ਕਿਹੋ ਜਿਹਾ ਵਾ ਜਿਹੜਾ ਆਪਣਾ ਸ਼ੀਸ਼ੇ ਵਿੱਚ ਆਪਣਾ ਚਿਹਰਾ ਵੇਖਦਾ ਹੈ ਤੇ ਚਿਹਰੇ 'ਚ ਉਹਨੂੰ ਪਤਾ ਲੱਗਦਾ ਸ਼ੀਸ਼ੇ 'ਚ ਜੋ ਮੈਂ ਕਿਸ ਤਰ੍ਹਾਂ ਦਾ ਹੈ, फिर दोबारा जाके भुल जाता मैं किस तरह का। ਇਹੋ ਜਿਹਾ ਮਨੁੱਖ क्या हो जिहड़ा वचन ਨੂੰ अमल नहीं करता। मेरे भैन भरावो ये चर्च जिहड़ी है ये प्रभु यीशु मसीह जी दी है, और प्रभु यीशु मसीह एक शीशे की अमानत है। जिहड़ा इंसान इत्थे आ जाता है ना वो एक शीशा देखता है अपनी जिंदगी च, अपनी लाइफ से इत्थे सारा कुछ क्लीयर हो जाता है। ਉਹਦੀ ਜ਼ਿੰਦਗੀ ਦੇ ਵਿੱਚ ਜੋ ਕੁਝ ਹੋ ਰਿਹਾ ਨਾ ਕਲੀਅਰ ਹੋ ਜਾਂਦਾ। ਜੇ ਪਾਪ ਕਰਦਾ ਪਿਆ ਨਾ ਉਹਨੂੰ ਪਤਾ ਲੱਗ ਜਾਂਦਾ ਓਹੋ ਮੇਰਾ ਪਾਪ ਇੱਥੇ ਕਲੀਅਰ ਹੋ ਰਿਹਾ ਹੈ, ਵਾਕਈ ਮੈਂ ਪਾਪੀ ਹਾਂ, ਮੈਂ ਆਹ ਪਾਪ ਕਰਦਾ ਪਿਆ, ਮੈਂ ਆਹ ਪਾਪ ਕਰਦੀ ਪਈ ਹੈ। ਉਹਨੂੰ ਸ਼ੀਸ਼ਾ ਦਿਖਾਇਆ ਜਾ ਰਿਹਾ ਇੱਥੇ ਪੂਰਾ ਕਿ ਤੂੰ ਆਹ ਪਾਪ ਤੂੰ ਕਰਦੀ ਪਈ ਹੈ, ਆਹ ਪਾਪ ਕਰਦਾ ਪਿਆ ਤੂੰ। ਉਹਨਾਂ ਨੇ ਦੇਖ ਲਿਆ ਹੈ ਪਰ ਉਹਨਾਂ ਨੇ ਪਾਪ ਨੂੰ ਛੱਡਿਆ ਨਹੀਂ। शीशा देख लिया थे, शीशा देख लिया पर पाप छड्डिया नहीं। वीडियो नहीं बनानी भाई तो मोबाइल बेटा तो तुसी हाँ जी अच्छा हालेलुया। तो मेरे बहनों भरावो याद रखो पवित्र बाइबल क्लियर करता है। वीडियो अपना जो मोबाइल है और देखना नहीं है, चालू नहीं करना, रख लो भाई थले रख लो, इन्हों जेब च पाओ, ठीक है ना। हालेलुया। तो मैं तुहानू दसना चाहना मेरे भैन भरावो पवित्र बाइबल क्लियर करता है कि जो इंसान पाप करता है ना इतने पूरी तरह के पाप जाहिर हो जाते हैं। इतने पूरी तरह उन्हें पता लग जाता कि मैं पापी है, पर की है वो शीशा उन्हें देख लिया पर इतों बाहर हो गया, चर्च तो बाद भुल गया। इसे तरह ना मनुष्य जेड़ा वचन नू सुन लेता है, पढ़ लेता है पर अमल नहीं करता, वो वेख लेता अपना चेहरा शीशे दे विच
ਪਰ ਉਦੋਂ ਦੇਖਦਾ ਹੈ, ਬਾਅਦ ਵਿੱਚ ਕੀ ਕਰਦਾ ਹੈ, ਬਾਅਦ ਚ ਭੁੱਲ ਜਾਂਦਾ ਹੈ, ਭੁੱਲ ਜਾਂਦਾ ਮੈਂ ਕਿਸ ਤਰ੍ਹਾਂ ਦਾ ਆ। ਇੱਥੇ ਵੀ ਭੈਣ ਭਰਾ ਬੜੇ ਆਉਂਦੇ ਆ। ਇੱਥੇ ਦੋ ਤਰ੍ਹਾਂ ਦੇ ਲੋਕ ਆਉਂਦੇ ਆ ਚਰਚ ਦੇ ਵਿੱਚ। ਇੱਕ ਵਿਸ਼ਵਾਸੀ ਹੈ, ਇੱਕ ਬੇਵਿਸ਼ਵਾਸੀ ਹੈ। ਤੇ ਜਿਹੜੇ ਭੈਣ ਭਰਾ ਆਪਣੇ ਐਬ ਨਹੀਂ ਛੱਡਦੇ, ਜਿਹੜੇ ਆਪਣੇ ਮਾੜੇ ਕਰਮ ਨਹੀਂ ਛੱਡਦੇ, ਜਿਹੜੇ ਕਹਿੰਦੇ ਅਸੀਂ ਪਾਪ ਕਰਦੇ ਆ, ਸਾਨੂੰ ਤਾਂ ਬੜਾ ਮਿੱਠਾ ਲੱਗਦਾ ਹੈ, ਅਸੀਂ ਇਹ ਤੋਂ ਬਿਨਾਂ ਰਹਿ ਨਹੀਂ ਸਕਦੇ। ਮੇਰੇ ਭੈਣ ਭਰਾਵੋ, ਉਹ ਇਹੋ ਜਿਹੀ ਹੈ, ਉਹਨਾਂ ਨੇ ਆਪਣਾ ਚਿਹਰਾ ਦੇਖ ਲਿਆ ਸ਼ੀਸ਼ੇ 'ਚ, ਪਰ ਬਾਹਰ ਜਾ ਕੇ ਕੀ ਭੁੱਲ ਗਏ, ਫਿਰ ਜਾ ਕੇ ਪਾਪ ਕਰਨਾ ਸ਼ੁਰੂ ਕਰ ਦਿੱਤਾ। ਉਹਨਾਂ ਨੇ ਬਾਹਰ ਜਾ ਕੇ, ਚਰਚ ਤੋਂ ਬਾਹਰ ਜਾ ਕੇ ਫਿਰ ਪਾਪ ਕਰਨਾ ਸ਼ੁਰੂ ਕਰ ਦਿੱਤਾ। ਇਸ ਕਰਕੇ ਮੇਰੇ ਭੈਣ ਭਰਾਵੋ, ਤੁਸੀਂ ਵਚਨ ਨੂੰ ਅਮਲ ਕਰਨ ਵਾਲੇ ਬਣੋ। ਤੁਸੀਂ ਜੇਕਰ ਅਮਲ ਕਰਦੇ ਹੋ ਤਾਂ ਪਿਤਾ ਪਰਮੇਸ਼ਵਰ ਤੁਹਾਡੇ ਨਾਲ ਵੀ ਖੁਸ਼ ਹੁੰਦੇ ਆ ਔਰ ਤੁਹਾਡੀਆਂ ਜ਼ਰੂਰਤਾਂ ਵੀ ਪੂਰੀਆਂ ਕਰਦੇ ਆ। ਜੋ ਤੁਸੀਂ ਮੰਗਦੇ ਹੋ ਤੁਹਾਨੂੰ ਟਾਈਮ ਸਿਰ ਦੇਣ ਦੀ ਤਾਕਤ ਰੱਖਦੇ ਨੇ, ਯਿਸੂ ਮਸੀਹ ਦੇ ਨਾਮ ਦੇ ਵਿੱਚ। ਹਾਲੇਲੂਇਆ। ਹਾਂ, ਪਰਮੇਸ਼ਰ ਦਾ ਬਚਨ ਤੁਹਾਡੇ ਨਾਲ ਗੱਲ ਕਰ ਰਿਹਾ ਹੈ। ਹਾਂਜੀ, 25 ਪੜ੍ਹਦੀ ਹਾਂ, ਪੜ੍ਹੋ। 25 ਹੈ। ਪਰ ਜਿਨੇ ਪੂਰੀ ਸ਼ਰ੍ਹਾ ਨੂੰ ਅਰਥਾਤ ਆਜ਼ਾਦੀ ਦੀ ਸ਼ਰ੍ਹਾ ਨੂੰ ਗੌਰ ਨਾਲ ਵੇਖਿਆ ਅਤੇ ਵੇਖਦਾ ਰਹਿੰਦਾ ਹੈ, ਉਹ ਇਹੋ ਜਿਹਾ ਸੁਣਨ ਵਾਲਾ ਨਹੀਂ ਜਿਹੜਾ ਭੁੱਲ ਜਾਵੇ, ਸਗੋਂ ਕਰਮ ਦਾ ਕਰਤਾ ਹੋ, ਤੂੰ ਆਪਣੇ ਕੰਮ ਵਿੱਚ ਧਨ ਹੋਵੇਗਾ। ਇੱਕ ਵਾਰੀ ਬੜੇ ਧਿਆਨ ਦੇ ਨਾਲ ਸੁਣਿਓ ਹੈ ਵਚਨ ਕੀ ਕਹਿ ਰਿਹਾ ਹੈ। ਪਰ ਜਿਨੇ ਪੂਰੀ ਸ਼ਰ੍ਹਾ ਨੂੰ ਸ਼ਰ੍ਹਾ ਮੇਰੇ ਸ਼ਰਤ ਹੁੰਦੀ ਹੈ ਮੇਰੇ ਭਰਾਵੋ, ਪਰ ਜਿਨੇ ਸ਼ਰਤ ਨੂੰ, ਪੂਰੀ ਸ਼ਰਤ ਨੂੰ, ਅਰਥਾਤ ਆਜ਼ਾਦੀ ਦੀ ਸ਼ਰ੍ਹਾ ਨੂੰ, ਆਜ਼ਾਦੀ ਜਿਹੜੀ ਤੁਹਾਨੂੰ ਆਜ਼ਾਦੀ ਮਿਲਦੀ ਹੈ ਪ੍ਰਭੂ ਯਿਸੂ ਮਸੀਹ ਦੇ ਵਿੱਚ, ਆਜ਼ਾਦੀ ਦੀ ਸ਼ਰਤ ਨੂੰ ਗੌਰ ਨਾਲ ਵੇਖਿਆ, ਗੌਰ ਨਾਲ ਵੇਖ ਲਿਆ ਅਤੇ ਵੇਖਦਾ ਰਹਿੰਦਾ ਹੈ। ਜਿਹੜਾ ਵੇਖਦਾ ਹੀ ਰਹਿੰਦਾ ਹੈ, ਉਹ ਇਹੋ ਜਿਹਾ ਸੁਣਨ ਵਾਲਾ ਨਹੀਂ, ਇਹੋ ਜਿਹਾ ਉਹ ਸੁਣਨ ਵਾਲਾ ਨਹੀਂ ਜਿਹੜਾ ਭੁੱਲ ਜਾਵੇ। ਜਿਹੜਾ ਭੁੱਲ ਜਾਵੇ। ਬੋਲੋ ਹਾਲੇਲੂਇਆ। ਜਿਹੜਾ ਪੂਰੀ ਤਰ੍ਹਾਂ ਜਾਣ ਗਿਆ, ਜਦੋਂ ਗੁਲਾਮੀ ਵਿੱਚ ਹੀ ਉਹਨੂੰ ਪਤਾ ਲੱਗ ਗਿਆ ਪਹਿਲੇ ਗੁਲਾਮੀ 'ਚ ਹਾਂ, ਤਾਂ ਹੁਣ ਗੁਲਾਮੀ ਦੇ ਵਿੱਚੋਂ ਨਿਕਲ ਕੇ ਹੁਣ ਮੈਂ ਪ੍ਰਭੂ ਯਿਸੂ ਮਸੀਹ ਦੇ ਵਿੱਚ ਆਜ਼ਾਦੀ ਪਾ ਦਿੱਤੀ ਹੈ। ਉਹਨੂੰ ਪੂਰਾ ਪਤਾ ਹੈ ਮੈਂ ਪਹਿਲੇ ਗੁਲਾਮ ਸਾਂ, ਧਰਤੀ ਦੇ ਉੱਤੇ ਜਿਹੜੀ ਨੈਗੇਟਿਵ ਪਾਵਰ ਆ ਉਹਦਾ ਗੁਲਾਮ ਸੀ, ਤੇ ਨੈਗੇਟਿਵ ਪਾਵਰ ਨੂੰ ਚਲਾਉਂਦੀ ਸੀ। ਮੈਂ ਪਾਪ ਕਰਦਾ, ਗੁਨਾਹ ਕਰਦਾ ਹਾਂ, ਮਾੜੇ ਕਰਮ ਕਰਦਾ ਹਾਂ। ਹੁਣ ਉਹਨਾਂ ਪਾਪਾਂ ਗੁਨਾਹਾਂ ਦੇ ਵਿੱਚੋਂ ਮੈਂ ਨਿਕਲ ਗਿਆ, ਮੈਂ ਸ਼ੈਤਾਨ ਦੀ ਗੁਲਾਮੀ ਚੋਂ ਨਿਕਲ ਕੇ ਪ੍ਰਭੂ ਯਿਸੂ ਮਸੀਹ ਨੇ ਮੈਨੂੰ ਆਜ਼ਾਦੀ ਦਿੱਤੀ ਹੈ। ਉਹ ਉਹਨਾਂ ਨੇ ਪੂਰੀ ਗੌਰ ਕੀਤੀ ਹੈ। ਜਿਹੜਾ ਇਨਸਾਨ ਪੂਰੀ ਗੌਰ ਕਰਦਾ ਆ ਕਿ ਮੇਰਾ ਪਹਿਲੇ ਜਦੋਂ ਮੈਂ ਪ੍ਰਭੂ ਯਿਸੂ ਮਸੀਹ ਕੋਲ ਨਹੀਂ ਆ ਰਿਹਾ ਹਾਂ, ਤਾਂ ਪਹਿਲੇ ਮੈਂ ਕਿਸ ਤਰ੍ਹਾਂ ਦਾ ਹਾਂ ਤੇ ਹੁਣ ਮੈਂ ਕਿਸ ਤਰ੍ਹਾਂ ਦਾ ਬਣ ਗਿਆ, ਤਾਂ ਉਹ ਕੀ ਕਰਦਾ ਹੈ, ਗੌਰ ਕਰਦਾ ਹੈ, ਪੂਰੀ ਤਰ੍ਹਾਂ ਗੌਰ ਕਰਦਾ ਹੈ। ਉਹਨੂੰ ਪਤਾ ਲੱਗ ਜਾਂਦਾ ਆ ਕਿ ਮੈਂ ਹੁਣ ਆਜ਼ਾਦ ਹੋ ਗਿਆ ਹੈ, ਮੇਰੇ ਅੰਦਰ ਬੀਜ ਬੀਜਿਆ ਗਿਆ ਹੈ, ਵਚਨ ਦਾ ਬੀਜ ਮੇਰੇ ਅੰਦਰ ਬੀਜ ਆ ਗਿਆ ਹੈ, ਹੁਣ ਉਹ ਫਲਵੰਤ ਹੋ ਰਿਹਾ ਹੈ। ਹਾਲੇਲੂਇਆ। ਤਾਂ ਅਸੀਂ ਦੇਖਦੇ ਹਾਂ ਪਵਿੱਤਰ ਬਾਈਬਲ ਦੇ ਵਿੱਚ ਕੁਲਸੀਆ 2:3 ਨਵਾਂ ਨਿਯਮ। ਹਾਲੇਲੂਇਆ। ਹਾਲੇਲੂਇਆ। ਕੁਲਸੀਆ 2:3 ਆਏ। ਹਾਂਜੀ। ਜਿਹਦੇ ਵਿੱਚ ਬੁੱਧ ਅਤੇ ਗਿਆਨ ਦੇ ਸਾਰੇ ਖਜ਼ਾਨੇ ਗੁਪਤ ਹਨ। ਸੁਣੋ ਬਈ, ਧਿਆਨ ਦੇ ਨਾਲ ਸੁਣਿਓ। ਹਾਂਜੀ, ਗੌਰ ਕਰਿਓ, ਫਿਰ ਰਿਪੀਟ ਕਰੋ। ਜਿਹਦੇ ਵਿੱਚ ਬੁੱਧ ਅਤੇ ਗਿਆਨ ਦੇ ਸਾਰੇ ਖਜ਼ਾਨੇ ਗੁਪਤ ਹਨ। ਸਾਰੇ ਖਜ਼ਾਨੇ ਗੁਪਤ ਹਨ। ਮੈਂ ਇਹ ਆਖਦਾ ਹਾਂ ਭਈ ਕਿਤੇ ਭੋਟਨੀਆਂ ਗੱਲਾਂ ਨਾਲ ਕੋਈ ਤੁਹਾਨੂੰ ਕੁਚਲਾ ਨਾ ਲਵੇ। ਮੇਰੇ ਭੈਣੋ ਭਰਾਵੋ, ਤੁਸੀਂ ਹੁਣ ਜਾਣ ਚੁੱਕੇ ਹੋ ਕਿ ਜਿਹੜੀ ਬੁੱਧ ਤੇ ਗਿਆਨ ਇਹਦੇ ਵਿੱਚ ਹੈ। ਤੁਸੀਂ ਸਭ ਕੁਝ ਜਾਣਦੇ ਹੋ ਕਿ ਜੀਸਸ ਦੇ ਕੋਲੋਂ ਆ ਕੇ ਤੁਸੀਂ ਬੁੱਧ ਪਾਈ, ਗਿਆਨ ਪਾ ਲਿਆ, ਤੁਸੀਂ ਚੰਗੇ ਕੰਮ ਕਰਨੇ ਸ਼ੁਰੂ ਕਰ ਦਿੱਤੇ ਹੈ।
ਮਾੜੇ ਕੰਮਾਂ ਨੂੰ ਤੁਸੀਂ ਕੱਢ ਦਿੱਤਾ ਹੈ। ਹੁਣ ਕਿਤੇ ਇਹ ਨਾ ਹੋਵੇ ਕਿ ਤੁਹਾਡਾ ਭੈਣ ਭਰਾ ਇਹੋ ਜਿਹੀਆਂ ਕੋਈ ਗੱਲਾਂ ਦੇ ਵਿੱਚ ਤੁਹਾਨੂੰ ਲੈ ਆਵੇ, ਇਹੋ ਜਿਹੀਆਂ ਗੱਲਾਂ ਜਿਹੜੀਆਂ ਪਿਤਾ ਪਰਮੇਸ਼ਰ ਨੂੰ ਚੰਗੀਆਂ ਨਹੀਂ ਲੱਗਦੀਆਂ, ਇਹੋ ਜਿਹੀਆਂ ਗੱਲਾਂ ਜਿਹੜੀਆਂ ਦੁਨੀਆਦਾਰੀ ਨੂੰ ਨਹੀਂ ਚੰਗੀਆਂ ਲੱਗਦੀਆਂ, ਤੁਹਾਨੂੰ ਇਹੋ ਜਿਹੀਆਂ ਗੱਲਾਂ ਦੇ ਵਿੱਚ ਇਹ ਮਿਕਸ ਕਰਕੇ ਤੁਹਾਨੂੰ ਮਿਲਾਪ ਹੋ ਕੇ ਤੁਹਾਨੂੰ ਉਹ ਗੱਲਾਂ ਵੱਲ ਤੋੜ ਦੇਵੇ। ਹੁਣ ਜੇਕਰ ਤੁਸੀਂ ਪ੍ਰਭੂ ਯਿਸੂ ਮਸੀਹ ਨੂੰ ਜਾਣ ਲਿਆ ਆ, ਪ੍ਰਭੂ ਯਿਸੂ ਮਸੀਹ ਦੇ ਹੁਕਮਾਂ ਤੇ ਚੱਲਦੇ ਪਏ ਹੋ, ਉਹਦੀਆਂ ਬਿਲੀਆਂ ਤੇ ਚੱਲਦੇ ਹੋ, ਉਹਦੇ ਵਚਨ ਨੂੰ ਮੰਨਦੇ ਹੋ, ਤਾਂ ਫਿਰ ਉਹਦੇ ਵਚਨ ਨੂੰ ਮੰਨਦੇ ਰਹੋ, ਅਮਲ ਕਰਦੇ ਰਹੋ, ਉਹਦੇ ਹੁਕਮਾਂ ਬਿਲੀਆਂ ਤੇ ਚੱਲਦੇ ਰਹੋ। ਦੁਨੀਆਦਾਰੀ ਦੇ ਵਿੱਚ ਜਿਹੜੇ ਭੈਣ ਭਰਾ ਆ ਉਹਨਾਂ ਦੀਆਂ ਗੱਲਾਂ ਦੇ ਮਗਰ ਨਾ ਲੱਗਿਓ। ਜਿਹੜੇ ਭੈਣ ਭਰਾ ਦੁਨੀਆਦਾਰੀ ਦੇ ਵਿੱਚ ਆ ਉਹਨਾਂ ਦੀਆਂ ਗੱਲਾਂ ਦੇ ਮਗਰ ਨਾ ਆਇਓ, ਕਿਉਂਕਿ ਇਹ ਲੋਕ ਜਿਹੜੇ ਆ ਸਾਡੇ ਭੈਣ ਭਰਾ ਆ ਇਹ ਧਰਤੀ ਦੇ ਆ, ਪਰ ਜਿਹੜਾ ਅਸੀਂ ਵਚਨ ਆਪਣੇ ਅੰਦਰ ਲਿੱਤਾ ਹੈ ਉਹ ਸਵਰਗ ਦੇ ਵਿੱਚ ਰਹਿਣ ਵਾਲਾ ਹੈ। ਉਹਦਾ ਨਾਮ ਯਿਸੂ ਮਸੀਹ ਹੈ। ਹਾਲੇਲੂਇਆ। ਹਾਂਜੀ। ਕਿਉਂ ਜੋ ਮੈਂ ਭਾਵੇਂ ਸਰੀਰ ਕਰਕੇ ਤੁਹਾਥੋਂ ਪਰੋਖੇ ਹਾਂ, ਕਹਿੰਦੇ ਮੇਰੇ ਭੈਣ ਭਰਾਵੋ, ਪਰਮੇਸ਼ਰ ਦਾ ਵਚਨ ਕਹਿੰਦਾ ਭਾਵੇਂ ਮੈਂ ਸਰੀਰ ਕਰਕੇ ਮੈਂ ਤੁਹਾਡੇ ਤੋਂ ਦੂਰ ਆ, ਪਰ ਆਤਮਾ ਕਰਕੇ ਤੁਹਾਡੇ ਕੋਲ ਹਾਂ। ਆਤਮਾ ਕਰਕੇ ਕੀ ਆ? ਕਹਿੰਦੇ ਮੈਂ ਤੁਹਾਡੇ ਨਾਲ ਆ। ਅਤੇ ਤੁਹਾਡੀ ਮਰਜ਼ਾਦਾ ਹਾਂਜੀ। ਅਤੇ ਤੁਹਾਡੀ ਮਸੀਹ ਉੱਤੇ ਨੇਚਾ ਦੀ ਦ੍ਰਿੜਤਾ ਵੇਖ ਕੇ ਆਨੰਦ ਹੁੰਦਾ ਹਾਂ। ਹਾਂ, ਪਿਤਾ ਪਰਮੇਸ਼ਰ ਕਹਿ ਰਹੇ ਆ ਤੁਹਾਡੀ ਮਰਜ਼ਾਦਾ ਤੇ ਮਸੀਹ ਦੇ ਵਿੱਚ ਨੇਚਾ ਦੇਖ ਕੇ ਤੇ ਮੈਂ ਖੁਸ਼ ਹੁੰਦਾ ਆ। ਹਾਲੇਲੂਇਆ। ਪਿਤਾ ਪਰਮੇਸ਼ਰ ਖੁਸ਼ ਹੁੰਦੇ ਆ ਤੁਹਾਡੇ ਵਿੱਚ ਕਿ ਮੇਰੇ ਪੁੱਤਰ ਪ੍ਰਭੂ ਯਿਸੂ ਮਸੀਹ ਉੱਤੇ ਨੇਚਾ ਕਰ ਰਹੇ ਆ। ਬੱਚੇ ਮੇਰੇ ਪੁੱਤਰ ਉੱਤੇ ਨੇਚਾ ਕਰਦੇ ਆ, ਵਿਸ਼ਵਾਸ ਕਰਦੇ ਪਏ ਆ। ਉਹ ਤੁਹਾਨੂੰ ਦੇਖਦੇ ਆ ਵੀ ਤੁਸੀਂ ਆਪਣੇ ਆਪ ਨੂੰ ਸ਼ੁੱਧ ਕਰਦੇ ਆ, ਤੁਸੀਂ ਆਪਣੇ ਆਪ ਨੂੰ ਸਾਫ਼ ਕਰਦੇ ਆ, ਪਾਕ ਕਰ ਲਿਆ, ਪਵਿੱਤਰ ਕਰ ਲਿਆ ਤੁਸੀਂ। ਹਾਲੇਲੂਇਆ। ਤਾਂ ਅਸੀਂ ਕੀ ਦੇਖਦੇ ਸ਼ਾਇਦ ਸੋ ਜਿਵੇਂ ਤੁਸੀਂ ਮਸੀਹ ਯਿਸੂ ਪ੍ਰਭੂ ਨੂੰ ਕਬੂਲ ਕੀਤਾ, ਹਾਂ, ਜਿਵੇਂ ਤੁਸੀਂ ਮਸੀਹ ਯਿਸੂ ਨੂੰ ਕਬੂਲ ਕਰ ਲਿਆ, ਤਿਵੇਂ ਤੁਸੀਂ ਉਹਦੇ ਵਿੱਚ ਚੱਲਦੇ ਜਾਓ, ਤੁਸੀਂ ਉਹਦੇ ਵਿੱਚ ਚੱਲਦੇ ਜਾਵੋ ਅਤੇ ਜੜ ਫੜ ਕੇ ਅਤੇ ਜੜ ਫੜ ਕੇ ਅਤੇ ਉਹਦੇ ਉੱਤੇ ਉਸਰ ਕੇ ਅਤੇ ਉਹਦੇ ਉੱਤੇ ਉਸਰ ਕੇ ਅਤੇ ਆਪਣੀ ਨੇਚਾ ਵਿੱਚ ਦ੍ਰਿੜ ਹੋ ਕੇ ਅਤੇ ਆਪਣੀ ਨੇਚਾ ਦੇ ਵਿੱਚ ਦ੍ਰਿੜ ਹੋ ਕੇ ਜਿਵੇਂ ਤੁਹਾਨੂੰ ਉਪਦੇਸ਼ ਹੋਇਆ ਸੀ, ਜਿਵੇਂ ਤੁਹਾਨੂੰ ਕਿਹਾ ਗਿਆ ਸੀ, ਧੰਨਵਾਦ ਬਾਰਾ ਕਰਦੇ ਜਾਓ। ਧੰਨਵਾਦ ਬਹੁਤ ਜ਼ਿਆਦਾ ਕਰਦੇ ਜਾਵੋ। ਹਾਲੇਲੂਇਆ।